नानक दास बोले श्री हर कृष्ण त्याय, श्री हर कृष्ण त्याय, श्री हर जिस डिठै सब दुख जाए, जिस डिठै सब दुख जाए, जिस डिठै श्री हर कृष्ण त्याय, श्री हर कृष्ण त्याय, श्री हर तेग बहादुर सिमरैं, तेग बहादुर सिमरैं। सिमरैं कर नौ निद आवै ताए, सब थाई होए सहाय। कर नौ निद आवै ताए, सब थाई होए सहाय। तेग बहादुर सिमरैं, तेग बहादुर सिमरैं, तेग परम सन्मानयोग गुरु सवारे गुरमुख सतसंगियो, बहुत ही वड्डियां भागां वाले हाँ जो तन तन बाला प्रीतम गुरु हरकृष्ण साहिब सच्चे पातशाह जी दे मुबारक पाक पवित्र अस्थान गुरुद्वारा बंगला साहिब विखे जुड़ करके हाजरियां भर के अपना जीवन सफला कर रहे हाँ। तन तन गुरु ग्रंथ साहिब महाराज जी की पवित्र हजूरी दे अंदर जुड़ के आसा की वार दे पावन बाणी दे शब्द कीर्तन अमृत वेले दे दीवाना दे विच आप जी ने सरवण कीते ने। और उपरंत जो समा गुर शब्द की विचारदा है लड़ीवार गुरु ग्रंथ साहिब महाराज जी की चल रही विचार दे विचों सिंह साहिब ज्ञानी रणजीत सिंह जी होरां ने दो श्लोक आप जी नूं सरवण कराए हन। गुरु तेग बहादुर महाराज जी दे श्लोकां दी विचार चल रही है। नाल ही सिंह साहिब जी ने अज दसिया है बाला प्रीतम धन गुरु हरकृष्ण साहिब महाराज जी दे ज्योति जोत समान दा पुरब है अज, जो उन्हां दे ज्योति जोत दे अस्थान गुरुद्वारा बाला साहिब विखे मनाया जा रहा है। धन गुरु हरकृष्ण साहिब महाराज जी की वडियाई सिफत जितनी करिए उतनी ही थोड़ी है। गुर जैसा नाही को देव, जिस मस्तक भाग सो लागा सेव। गुर की महिमा अगम है, क्या कथे कथनहार। गुरु की महिमा अगम है, साडी पहुँच तो बहुत परे है। गुरु हरकृष्ण साहिब महाराज देखण वालियां नज़रां दे विच एक बाल रूप दे विच ने, बहुत छोटी शरीर की अवस्था है, पर आत्मिक अवस्था दे स्वामी हन, बड़े उच्चे मालक हन। ये जरूरी नहीं कि जिहड़ी चीज़ वेखण विच छोटी नज़र आउंदी होवे उहदा महात्म भी छोटा हुंदा है। जिहड़ी आकार दे विच वड्डी होवे उसका महात्म वड्डा हुंदा है।
ਜਿਹਦਾ ਸਰੀਰ ਆਕਾਰ ਡੀਲ ਡੋਲ ਵੱਡਾ ਹੋਵੇ ਉਹ ਵੱਡੀ ਤਾਕਤ ਵਾਲਾ ਹੁੰਦਾ ਹੈ, ਜਿਹੜਾ ਕਮਜ਼ੋਰ ਹੋਵੇ ਉਹਦੀ ਤਾਕਤ ਛੋਟੀ ਹੁੰਦੀ ਹੈ। ਐਸਾ ਨਹੀਂ ਹੈ। ਹੀਰਾ ਵੇਖਣ ਨੂੰ ਬਹੁਤ ਛੋਟਾ ਦਿਸਦਾ ਹੈ, ਲੇਕਿਨ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਉਹਦੀ ਕੀਮਤ ਪਾਉਣ ਜਾਈਦਾ ਹੈ ਤਾਂ ਉਹਦੀ ਕੀਮਤ ਇੰਨੀ ਹੈ ਕਿ ਭੰਡਾਰੇ ਭਰ ਜਾਂਦੇ ਨੇ ਪੈਸਿਆਂ ਦੇ ਨਾਲ, ਰੁਪਈਆਂ ਦੇ ਨਾਲ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਤੇ ਭਰਤ ਭੰਡਾਰ ਜੀ। ਭੰਡਾਰੇ ਭਰ ਜਾਂਦੇ ਨੇ। ਇੱਕ ਹੁੰਡੀ ਜਿਹੜੀ ਹੈ, ਕਾਗਜ਼ ਦਾ ਟੁਕੜਾ ਹੀ ਕਿਹਾ ਜਾਂਦਾ ਹੈ ਉਹਨੂੰ, ਜਿਵੇਂ ਅੱਜ ਕੱਲ੍ਹ ਚੈੱਕ ਲੈ ਲਓ, ਪਰ ਉਹਦਾ ਭਾਰ ਕੋਈ ਨਹੀਂ ਉਸ ਕਾਗਜ਼ ਦਾ। ਜੈਸੇ ਬਾਰ ਬਾਰ ਹੁੰਡੀ ਲਾਗਤ ਨਾ ਭਾਰ ਤਾਰ ਕਿਸ਼, ਆਗੇ ਜਾਏ ਪਾਈਅਤ ਲਖਮੀ ਅਪਾਰ ਜੀ। ਲੇਕਿਨ ਇਹ ਹੁੰਡੀ ਜਿਹੜੀ ਹੈ ਪਹਿਲਿਆਂ ਸਮਿਆਂ ਦੇ ਵਿੱਚ ਇੱਕ ਤੋਂ ਦੂਜੀਆਂ ਥਾਵਾਂ ਦੇ ਉੱਪਰ ਹੱਲੇ ਵੀ ਸਿਸਟਮ ਥੋੜ੍ਹਾ ਤਬਦੀਲ ਹੋਇਆ ਹੈ। ਵਪਾਰੀ ਲੋਕ ਜਿਹੜੇ ਸਨ ਉਹ ਇੱਕ ਤੋਂ ਦੂਜੀ ਥਾਂ ਤੇ ਵਪਾਰ ਕਰਨ ਜਾਂਦੇ ਸਨ ਪਹਿਲਿਆਂ ਸਮਿਆਂ ਦੇ ਵਿੱਚ, ਤੇ ਪੈਸੇ ਰੁਪਏ ਦੇ ਆਕਾਰ ਜਿਹੜੇ ਸਨ ਉਹ ਭਾਰੀ ਵੱਡੇ ਹੁੰਦੇ ਸਨ। ਹੁਣ ਕਿੱਥੇ ਚੁੱਕੀ ਫਿਰਨ, ਜਿੱਥੇ ਕਿਤੇ ਵੀ ਜਾਂਦੇ ਸਨ ਉੱਥੇ ਕਾਗਜ਼ ਦੀ ਹੁੰਡੀ ਬਣਾ ਕੇ ਦੇ ਦਿੰਦੇ ਸਨ ਵੀ ਫਲਾਨੀ ਥਾਂ ਦੇ ਉੱਪਰ ਕਨੈਕਸ਼ਨ ਹੁੰਦੇ ਸਨ ਸਾਰਿਆਂ ਦੇ, ਕਿ ਉੱਥੇ ਜਾ ਕਰਕੇ ਇਹ ਕਾਗਜ਼ ਦੇ ਦਿੰਦੇ ਸਨ, ਹੁੰਡੀ ਦੇ ਦਿੰਦੇ ਸਨ, ਤੇ ਜਿੰਨੇ ਪੈਸੇ ਦੇਣ ਲੈਣ ਹੁੰਦਾ ਸੀ ਉਹਨਾਂ ਹੁੰਡੀਆਂ ਦੇ ਨਾਲ ਹੀ ਹੁੰਦਾ ਸੀ। ਭਾਈ ਸਾਹਿਬ ਕਹਿੰਦੇ ਨੇ ਕਿ ਦੇਖਣ ਨੂੰ ਹੁੰਡੀ ਜਿਹੜੀ ਹੈ ਇੱਕ ਕਾਗਜ਼ ਦਾ ਟੁਕੜਾ ਹੈ, ਇਹਦਾ ਕੋਈ ਭਾਰ ਨਹੀਂ ਹੈ, ਪਰ ਜਦੋਂ ਅੱਗੇ ਚਲਿਆ ਜਾਂਦਾ ਹੈ ਇਹ ਕਾਗਜ਼ ਜਿੱਥੇ ਕਿਤੇ ਕਿਸੇ ਨੇ ਪਹੁੰਚਣਾ ਹੈ, ਜਾਣਾ ਹੈ, ਆਗੇ ਜਾਏ ਪਾਈਅਤ ਲਖਮੀ ਅਪਾਰ ਜੀ। ਅਪਾਰ ਲక్ష్ਮੀ ਮਾਇਆ, ਪੈਸੇ ਜਿਹੜੇ ਨੇ ਉਸ ਕਾਗਜ਼ ਦੇ ਬਦਲੇ ਦੇ ਉੱਪਰ ਮਿਲ ਜਾਂਦੇ ਨੇ। ਇਸੇ ਤਰ੍ਹਾਂ ਜੈਸੇ ਬੱਟ ਬੀਜ, ਬੱਟ ਦਾ ਬ੍ਰਿਕਸ਼, ਬੋੜ ਦਾ ਰੁੱਖ ਬਹੁਤ ਅਤ ਸੂਖਮ ਸਰੂਪ ਹੋ, ਬੜਾ ਸੂਖਸ਼ਮ ਰੂਪ ਹੁੰਦਾ ਹੈ, ਲੇਕਿਨ ਉਸ ਸੂਖਸ਼ਮ ਬੀਜ ਨੂੰ, ਨਿੱਕੇ ਜਿਹੇ ਛੋਟੇ ਜਿਹੇ ਬੀਜ ਨੂੰ ਜ਼ਮੀਨ ਦੇ ਵਿੱਚ ਬੀਜ ਦਈਏ ਤਾਂ ਬੋਏ ਤੇ ਬਿਬਦ ਕਰੇ ਬਿਰਖ ਅਪਾਰ ਜੀ। ਉਹ ਬਿਰਖ ਜਿਹੜਾ ਹੈ ਬੀਜਣ ਦੇ ਨਾਲ ਵੱਡੇ ਆਕਾਰ ਦੇ ਵਿੱਚ ਬਣ ਜਾਂਦਾ ਹੈ, ਬਹੁਤ ਵੱਡਾ ਬ੍ਰਿਕਸ਼ ਬਣ ਜਾਂਦਾ ਹੈ, ਜਿਹਨੂੰ ਫਲ ਫੁੱਲ ਅਨੇਕ ਪੱਤੀਆਂ ਟਾਹਣੀਆਂ ਲੱਗਦੀਆਂ ਨੇ। ਇਸੇ ਤਰ੍ਹਾਂ ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ, ਜਾਨੀਏ ਮਹਾਤਮ ਗਏ ਹੀ ਹਰਿਦੁਆਰ ਜੀ। ਗੁਰੂ ਦੇ ਬਚਨ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਸੱਚੇ ਤੇ ਅਮੁੱਲ ਮੰਨੇ ਜਾਂਦੇ ਨੇ, ਜਿਨ੍ਹਾਂ ਦਾ ਮਹਾਤਮ ਵਾਹਿਗੁਰੂ ਦੇ ਦਰ ਦੇ ਉੱਪਰ ਹੀ ਪਤਾ ਚੱਲਦਾ ਹੈ। ਬਹੁਤ ਸਾਰੀਆਂ ਨਜ਼ਰਾਂ ਨੇ ਗੁਰੂ ਨੂੰ ਦੇਖਿਆ ਜਦੋਂ ਧੰਨ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਬੁਲਾਉਣਾ ਚਾਹਿਆ, ਕੱਟੜ ਪੰਥੀਆਂ ਸ਼ਰਈ ਤੇ ਮੁਤੱਸਬੀ ਲੋਕਾਂ ਦੀ ਚੁੱਕਣਾ ਦੇ ਵਿੱਚ ਆ ਕਰਕੇ। ਅਸਲ ਵਿੱਚ ਉਹਦੀ ਮਨਸ਼ਾ ਗੁਰੂ ਘਰ ਨੂੰ ਨੀਵਾਂ ਦਿਖਾਉਣ ਦੀ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿ ਗਏ ਸਨ ਕਿ ਉਹਨਾਂ ਮਲੇਸ਼ੀਆਂ ਦੇ ਨਾਲ ਕੋਈ ਮੇਲ ਨਾ ਰੱਖਣਾ, ਜਿਹੜਾ ਬਾਦਸ਼ਾਹ ਜ਼ਾਲਮ ਹੈ, ਜ਼ਾਬਰ ਹੈ। ਇਹੀ ਕਾਰਨ ਹੈ ਕਿ ਇੱਕ ਤਰ੍ਹਾਂ ਦਾ ਗੁਰੂ ਦਾ ਉਹ ਅੰਦੋਲਨ ਸੀ ਜੋ ਨਾਮ ਵਰਤਣ ਵਾਲਾ ਸੀ। ਇਹ ਤੇ ਕੱਲ੍ਹ ਦੀਆਂ ਗੱਲਾਂ ਨਾ, ਮਹਾਤਮਾ ਗਾਂਧੀ ਜਾਂ ਹੋਰ ਇਸ ਦੇ ਅੰਦੋਲਨ ਜਿਹੜੇ ਨੇ ਦੇਸ਼ ਦੇ ਵਿੱਚ ਕਰਦੇ ਰਹੇ, ਗੁਰੂ ਘਰਾਂ ਦੇ ਵਿੱਚ ਇਹ ਬੜੇ ਸਮੇਂ ਤੋਂ ਹੀ ਸਨ। ਸੱਚੇ ਪਾਤਸ਼ਾਹ ਜੀ ਨੇ ਮੂੰਹ ਨਾ ਲਗਾਇਆ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਇਤਿਹਾਸ ਦਾ ਇਹ ਬਚਨ ਜਿਹੜਾ ਹੈ ਆਉਂਦਾ ਹੈ। ਤੇ ਮਹਾਰਾਜ ਨੇ ਕਿਹਾ ਸੀ ਕਿ ਤੁਹਾਡੇ ਵੱਲ ਕੋਈ ਵੀ ਚੜ੍ਹਾਈ ਕਰਕੇ ਆਵੇਗਾ, ਉਹ ਆਪਣੇ ਮਕਸਦ ਦੇ ਵਿੱਚ ਸਫਲ ਨਹੀਂ ਹੋ ਸਕੇਗਾ। ਇਹੀ ਕਾਰਨ ਸੀ ਜਿਹੜਾ ਵੀ ਗਿਆ ਔਰੰਗਜ਼ੇਬ ਦੇ ਵੱਲੋਂ ਉਹ ਕੀਰਤਪੁਰ ਤੱਕ ਪਹੁੰਚ ਨਾ ਸਕਿਆ। ਜੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੇ ਧੰਨ ਗੁਰੂ
हर राय साहिब महाराज जी का प्रकाश अस्थान है। वाहिगुरु की कीर्ति दे नाम दे उपर इस जगह नूं बसा करके मीरी पीरी दे मालिक ने इहदा नाम कीरतपुर रखिया सी। सतगुरां ने जिहड़े नगर वसाए, जिहड़े शहर वसाए, उन्हां नूं वसाउण दा एक मकसद सी। नगर ते शहर केवल इस करके नहीं वसाए कि उस वेले नगर ते शहर घट सन तां गुरु ने वसाए। उन्हां नूं वसाउण दा एक बड़ा उचेरा मकसद सी। वो मकसद सी कि इस तरह दे नगर, इस तरह दा जिहड़ा सी हजूर ने दुनिया दे सामने नक्शा रखिया सी, जिथे जात पात तो रहत, भिन्न भेद वितकरे तो रहत, हर मनुख जिहड़े ने एक सांझी अस्थान ते रहन, वाहिगुरु दी सिफत करन, परमात्मा दा भजन करन, दसां नौहां दी अपनी किरत करन, वंड के छकन। ये सारियां गल्लां जिहड़ियां किरत करो, नाम जपो, वंड के छको दा जिहड़ा असूल सी ना, उन्हां वसाए होए विशेष नगरां दे विच अमली तौर दे उपर गुरु साहिब जी ने संसार दे सामने इस तरह का जिहड़ा है माहौल, इस तरह का वातावरण, इदां दी परिस्थिति जिहड़ी है संसार दे विच होनी चाहिदी है, जिहदे नाल पूरी दुनिया विच अमन, शांति, भाईचारा जिहड़ा है वो बन सकता है। असीं शहरां नगरां वल देखदे हां, नहरां नगरां शहरां दे विच जात पात दे नाम दे उपर, मजहब दे नाम दे उपर कितनी कतलो गारत होंदी है। किस तरह एक दूसरे दे नाल दुश्मनियां ने, एक गली दे विच कोई दूसरा नहीं वड़ सकदा, दूजी विच कोई तीजा नहीं वड़ सकदा। बड़ा मुश्किल है असीं जदों गुरु दे वसाए होए नगरां तो इलावा दूसरे नगरां शहरां वल वेखदे हां तां इस तरह का नज़र आउंदा है। पर कोई गुरु का वसाया नगर शहर दे बारे कह देवे कि उत्थे इस तरह का कोई फसाद है, कोई जात नूं लै करके, कोई मजहब नूं लै करके, क्योंकि बेगमपुरा शहर को नाओ दोह अंदोह नहीं ते ठाओ, ना तस्वीस खिराज ना माल, खौफ ना खता ना तरस जवाल। गुरु नानक साहिब जी का यह सुपना सी कि संसार ऐसा होवे। भगत रविदास जी के बचनों नूं लै करके उन्होंने संसार दी, देश दी ते लोकां दी जो मजहबी खिच्चो ताण दे विच फसे होए सन, जिन्हां दी बुद्धि सोच शक्ति बड़ी संकीर्ण हो चुकी सी, धर्म मजहब जात पात दे नाम दे उपर इस तरह लड़ मर रहे सन, जल जल करके, जिस तरह खह खह बास जलन अंगियारा, वरना वर्ण ना भावनी। एक वर्ण दूजे वर्ण नूं चंगा नहीं सी समझदा, अपनी खह बाजी दे नाल लड़ लड़ के अपना ही नाश कर रहे सन। ते बाबा देखे ध्यान तर, जलती सब पृथ्वी दिस आई, बाज गुरु अंधेर है कर दी सुनी लुकाई। इस खिच्चो ताण दे विचों, इस ईरखा, इस नफरत दी अग दे विचों बचाउण वास्ते बाबे भेख बनाया, उदासी की रीत चलाई। कमर कस्सा कर लिया महाराज जी ने, पूरे देश का भ्रमण किया, सरहदां तो बाहर निकल करके थां थां दे उपर किहड़ा उपदेश इक्को ही अज UN भी इस गल नूं मनदी है कि दुनिया दे अंदर अमन ते शांति ते भाईचारा जिहड़ा है, आपसी प्रेम प्यार जिहड़ा है, सहवास की भावना जिहड़ी है, वो केवल गुरु ग्रंथ साहिब ते गुरु नानक देव गुरु गोबिंद सिंह महाराज जी दे खालसाई फलसफे दे विच ही है, जो सारे संसार दा भला लोचदा है, जिहदी अरदास नानक नाम चढ़दी कला, तेरे भाणे सरबत दा भला वाली है। तो पातशाह ने इस वास्ते ये नगर, ये अस्थान वसाए। गुरु दे फलसफे दे विच एक प्रभु ते एक मनुख, ऐदा संकल्प है। महाराज जी ने कल असी खालसे दा साजना दिवस मनाया। गुरु गोबिंद सिंह महाराज जी ने संसार नूं खालसे दी साजना करके एक प्रभु, एक रब ते एक मनुख दा जिहड़ा सी वो दृष्टांत, उपदेश, आदर्श जिहड़ा सी वो दिता। इहदे उपर ही
शांति हो सकती है, अमन हो सकता है दुनिया के अंदर। प्रभु भी एक है, मनुख भी एक है। मनुख कोई दूजा नहीं है, तीजा नहीं है, आ कोई होर है, आ कोई होर है, नहीं, मनुख केवल मनुख है। इस इक्वलिटी के उपर सारे ही भेद ते झगड़े जिहड़े ने वो मुक सकते हैं। तो बड़ा महान फलसफा मेरे सच्चे पातशाह जी का। इस वास्ते जिहड़े मुतस्सबी सन, जिहड़े फिरका परस्त सन, जिहड़े जात पात ते वर्ण वंड दे उपर लड़ाउण वाले सन, जां ਉਹ ਤਾਕਤਾਂ ਸਨ ਜਿਨ੍ਹਾਂ ਦੇ ਕੋਲ ਸੱਤਾ ਸੀ, ਜਿਹੜੀਆਂ ਇਹ ਚਾਹੁੰਦੀਆਂ ਸਨ ਦੇਸ਼ ਨੂੰ ਦਾਰੁਲ ਇਸਲਾਮ ਦੇ ਵਿੱਚ ਬਦਲਣਾ, ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਜਿਹੜਾ ਸੀ ਇਸ ਤਰ੍ਹਾਂ ਦਾ ਰਵੱਈਆ ਜਿਹੜਾ ਸੀ ਰੱਖਿਆ। ਗੁਰੂ ਹਰਿਰਾਏ ਸਾਹਿਬ ਜੀ ਨੂੰ ਬੁਲਾਇਆ, ਪਰ ਆਪ ਜੀ ਨੇ ਆਪਣਾ ਜਾਣਾ ਗਨੀਮਤ ਨਾ ਜਾਣਿਆ। ਹਜ਼ੂਰ ਨੇ संगत दे नाल विचार करके अपने अस्थान दे उपर अपने बड़े सपुत्र राम राय जी नूं भेजिया। गुरु हरिराय साहब जी दे दो साहिबजादे सन, वड्डे राम राय जी सन ते छोटे धन गुरु हरकृष्ण साहिब महाराज जी सन। नाल बचन कहे, बेटा दिल्ली जा करके याद रखना, गुरु नानक दे आदर्शां उदेशां नूं मुख रख के जो भी संसा, जो भी सवाल होवे उहदा जवाब देना, भै नहीं खाना, डरना नहीं किसी दे कोलों भी। अपने सच धर्म दे उदेश नूं सदा अपने हिरदे विच रखना, कदे झूठ दा जां खुशामदी दा राह ना अपनाउणा। लेकिन दिल्ली विच आ करके राम राय जी औरंगजेब नूं मिले। औरंगजेब उन्हां नूं मान सन्मान देन लग पिया। बाबा राम राय जी औरंगजेब दा मान सन्मान करन लग पए। खुशामद तक गल पहुंच गई। कई तरह के सवाल जवाब उस दी सभा दे विच हुंदे रहे, जिन्हां दे विच गुरु पातशाह जी दे साहिबजादे बाबा राम राय जी तो औरंगजेब बहुत प्रभावित हो गया सी। शरई लोग जिहड़े सन जल बल गए सन ये देख करके, क्योंकि सभा दे विच विशेष थां दे उपर औरंगजेब राम राय जी नूं बिठाउण लग पिया सी। ते जदों एक दिन आप जी ने सरवण कीता इतिहास, शरईयां ने कट्टड़पंथियां ने यह सवाल रख दिता, औरंगजेब बादशाह इन्हां नूं पुछो, ये पढ़ते ने मिट्टी मुसलमान की, इहदे विच शरअ दे खिलाफ लिखिया होया है, खिलाफत की गई है। औरंगजेब ने पूछया राम राय जी नूं, राम राय जी जो काफ़ी नेड़ता प्राप्त कर चुके सन औरंगजेब दी, रसूख किते टुट ना जावे, बनी बनाई जेड़ा प्रेम जेड़ा है, रिश्ता जेड़ा है उहदे उपर असर ना पै जावे, किते बादशाह इस गल दा गुस्सा ना कर लवे, बजाए इस दे कि सहज दे विच उस सिद्धांत नूं जेड़ा गुरु नानक साहिब जी ने उस पंक्ति बाणी दे विच लिखिया सी उस नूं समझाउंदे। कहंदे ने राम राय जी ने कह दिता कि नहीं जी, असी ते मिट्टी बेईमान की पढ़ते हाँ। दिल्ली दीआं संगतां ने पातशाह जी दे कोल यह संदेशा पहुंचा दिता। धन गुरु हरिराय साहब महाराज जी ने जदों इस गल का पता लगा कि दुनियावी बादशाह की खुशनुदी करदियां होयां गुरु नानक सच्चे पातशाह जी का वचन बदल दिता है, उन्होंने उथों ही आग्या कर दी कि इस नूं कोई मूँह ना लावे, ना मेरा ते ना संगत का इस दे नाल कोई रिश्ता संबंध रहा है, ये साडा कुछ नहीं लगता। बड़ ऐश्वर्य हेठ कर फूला, आशे सतगुर उरते भूला, अब हमरे मुख लागे नाही, रहे सदा तुर केशर माही, पहले पातशाह के बाक, फेर ना सके को मत राक। किसे भैड़ी बुद्धि वाले नूं ये आग्या नहीं है कि पहले पातशाह दे बचनां नूं बदल देवे।
ਉਹਨੂੰ ਕਹੋ ਜਿਹੜਾ ਤੁਰਕਾਂ ਦੀ ਮਲੇਸ਼ਾਂ ਦੀ ਲక్ష్ਮੀ ਸਪਰਸ਼ ਕਰਨ ਲੱਗ ਪਿਆ ਹੈ, ਹੁਣ ਉਹਨਾਂ ਤੁਰਕਾਂ ਦੇ ਵਿੱਚ ਹੀ ਰਹੇ। ਜਿਸ ਦੀ ਖੁਸ਼ਨੂਦੀ ਕਰਨ ਲੱਗ ਪਿਆ ਹੈ ਉਹਦੇ ਕੋਲ ਹੀ ਰਹੇ। ਜਿਸ ਦਾ ਖੁਸ਼ਾਮਦੀ ਹੋ ਗਿਆ ਹੈ ਰਾਮ ਰਏ ਨੂੰ ਕਹੋ ਉਹ ਮੇਰਾ ਪੁੱਤਰ ਨਹੀਂ ਰਿਹਾ। ਨਹੀਂ ਤੇ ਵੇਖੋ ਕਿੱਡਾ ਵੱਡਾ ਤਿਆਗ ਹੈ। ਸਾਡੇ ਪੁੱਤਰ ਜਿੱਦਾਂ ਦੀਆਂ ਮਰਜ਼ੀ ਗਲਤੀਆਂ ਭੁੱਲਾਂ ਕਰਨ, ਇਹ ਇੱਕ ਕੁਦਰਤੀ ਤੌਰ ਦੇ ਉੱਪਰ ਹੈ। ਮਾਂ ਬਾਪ ਆਪਣੇ ਬੱਚਿਆਂ ਦੀਆਂ ਭੁੱਲਾਂ ਜਿਹੜੀਆਂ ਨੇ ਉਹਨਾਂ ਨੂੰ ਪੜਦਿਆਂ ਨੂੰ ਕੱਜਦੇ ਨੇ, ਨਸ਼ਰ ਨਹੀਂ ਕਰਦੇ। ਇੱਕ ਦੂਜੇ ਦੇ ਅੱਗੇ ਕਿਸੇ ਦੇ ਵੀ ਅੱਗੇ ਨਸ਼ਰ ਨਹੀਂ ਕਰਦੇ, ਲੁਕਾਉਂਦੇ ਨੇ, ਛਪਾਉਂਦੇ ਨੇ ਸਗੋਂ ਗਲਤੀਆਂ ਨੂੰ, ਗਲਤ ਕੰਮਾਂ ਨੂੰ। ਪਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਉੱਪਰ, ਇਸ ਵਿਸ਼ੇ ਦੇ ਉੱਪਰ ਕੋਈ ਸਮਝੌਤਾ ਨਹੀਂ ਕੀਤਾ, ਕਿਉਂਕਿ ਇਹ ਉਹਨਾਂ ਸਤਿਗੁਰਾਂ ਦਾ ਇੱਕ ਵੱਡਾ ਫੈਸਲਾ ਸੀ, ਜਿਸ ਫੈਸਲੇ ਨੇ ਰਹਿੰਦੀ ਦੁਨੀਆ ਤੱਕ ਬਾਣੀ ਨੂੰ ਜਿਹੜਾ ਸੀ ਉਹ ਸੁਰੱਖਿਅਤ ਕਰਨਾ ਸੀ। ਇਸ ਫੈਸਲੇ ਦੇ ਨਾਲ ਅੱਜ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਪਾਦਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੋਈ ਅੱਖਰ ਕੱਢ ਸਕੇ ਜਾਂ ਕੋਈ ਪਾ ਸਕੇ। ਤੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦਾ ਇਹ ਫੈਸਲਾ ਜਿਹੜਾ, ਇਸ ਨੇ ਤੇ ਹੋਰ ਵੀ ਪੱਕੀ ਮੋਹਰ ਲਗਾ ਦਿੱਤੀ। ਉਹਨਾਂ ਨੇ ਇਹ ਫੈਸਲਾ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਕਿ ਭਾਵੇਂ ਮੇਰੇ ਸਕਾ ਪੁੱਤਰ ਵੀ ਹੋਵੇ ਉਹ ਵੀ ਮੇਰਾ ਕੁਝ ਨਹੀਂ ਲੱਗਦਾ ਜਿਹੜਾ ਬਾਣੀ, ਪਾਤਸ਼ਾਹ ਜੀ ਦੀ ਬਾਣੀ ਦੇ ਇੱਕ ਵੀ ਅੱਖਰ ਨੂੰ ਬਦਲਣ ਦੀ ਹਿਮਾਕਤ ਕਰੇਗਾ, ਹਿੰਮਤ ਕਰੇਗਾ। ਇੱਕ ਲਗ ਮਾਤਰ ਤੱਕ ਨੂੰ ਨਹੀਂ ਛੇੜਿਆ ਜਾ ਸਕਦਾ। ਉਹ ਮੇਰਾ ਕੁਛ ਨਹੀਂ ਲੱਗਦਾ, ਉਹ ਸੰਗਤ ਦਾ ਕੁਛ ਨਹੀਂ ਲੱਗਦਾ। ਉੱਥੇ ਫਿਰ 5 ਸਾਲ ਦੀ ਆਜੂ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸਮਾਂ ਆਇਆ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦਿੱਤਾ। ਪਾਤਸ਼ਾਹ ਬਹੁਤ ਛੋਟੀ ਆਯੂ ਦੇ ਵਿੱਚ, ਕਿਉਂਕਿ ਸ਼ੁਰੂ ਤੋਂ ਹੀ ਸੁਰਤ, ਮੈਂ ਬੇਨਤੀ ਕਰ ਰਿਹਾ ਸੀ ਕਿ ਅਸੀਂ ਸੋਚਦੇ ਹਾਂ ਕਿ ਜਿਹੜੀ ਗੁਰਤਾ ਗੱਦੀ ਹੈ ਉਹ ਕਿਤੇ ਕੋਈ ਖਾਸ ਸਮਾਂ ਨਹੀਂ ਹੈ, ਆਯੂ ਨਹੀਂ ਹੈ ਕਿ ਜਿਸ ਸਮੇਂ ਦੇ ਉੱਪਰ ਉਹ ਪ੍ਰਾਪਤ ਹੋਵੇ। ਜੇ ਇਹ ਕਵਾਂਗੇ ਨਾ ਕਿ ਇਸ ਆਯੂ, ਇਸ ਉਮਰ ਦੇ ਵਿੱਚ ਇਸ ਪਦਵੀ ਦੇ ਉੱਪਰ ਬੈਠਣਾ ਚਾਹੀਦਾ ਹੈ, ਇਹ ਸਮਾਂ ਹੈ, ਤੇ ਫਿਰ ਉਸ ਤੋਂ ਮੁਕਤ ਹੋਣ ਦਾ ਵੀ ਸਮਾਂ ਹੋਵੇਗਾ, ਕਿਉਂਕਿ ਇਹ ਕੋਈ ਸਰਕਾਰੀ ਨੌਕਰੀ ਨਹੀਂ ਹੈ ਜਿਹਦੇ ਤੋਂ ਰਿਟਾਇਰਮੈਂਟ ਹੋਣਾ ਹੈ। ਇਹ ਤਾਂ ਬਖਸ਼ਿਸ਼ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਜਵਾਨੀ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਚ ਜਦੋਂ ਗੁਰੂ ਦਰ ਦੇ ਉੱਪਰ ਆਏ ਤੇ ਸੇਵਾ ਸਿਮਰਨ ਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮ ਦੇ ਮਹਿਲ ਸਰੂਪ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ ਹੁਕਮ ਮੰਨ ਕਰਕੇ। ਬਜ਼ੁਰਗੀ ਦੇ ਉਮਰ ਦੇ ਅਖੀਰਲੇ ਦਹਾਕਿਆਂ ਦੇ ਵਿੱਚ ਬਾਬਾ ਅਮਰਦਾਸ ਜੀ ਆਏ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ, ਸੇਵਾ ਸਿਮਰਨ ਕਰਦਿਆਂ ਹੋਇਆਂ, ਅਣਥੱਕ ਕਾਲ ਕਮਾਈ ਕਰਦਿਆਂ ਹੋਇਆਂ, ਜਿਸ ਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਲਿਖਿਆ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ। ਇਹੋ ਜੀ ਘਾਲਣਾ ਘਾਲੀ, ਇਹੋ ਜੀ ਕਮਾਈ ਕੀਤੀ ਸਿਰ ਤੋੜ। ਕੁੜਮਾਚਾਰੀ ਦਾ ਰਿਸ਼ਤਾ ਨਾ ਰੱਖਿਆ, ਨਾਤਾ ਨਾ ਰੱਖਿਆ, ਇੱਕ ਸੇਵਕੀ ਭਾਵ ਦੇ ਵਿੱਚ। ਅਸੀਂ ਤੇ ਜਦੋਂ ਗੁਰਦੁਆਰੇ ਆਉਣੇ ਨਾ ਪਹਿਲਾਂ ਆਪਣਾ ਜਿਹੜਾ ਹੈ ਉਹ ਡੀਲ ਵਾਸਤੇ ਲੱਭਦੇ ਹਾਂ ਵੀ ਕੋਈ ਆਪਣਾ ਜਾਂ ਤੇ ਰਿਸ਼ਤੇਦਾਰ ਮਿਲ ਜਾਵੇ ਜਾਂ ਕੋਈ ਪ੍ਰਧਾਨ ਸਕੱਤਰ ਜਾਂ ਕੋਈ ਪ੍ਰਬੰਧਕ ਦੇ ਨਾਲ ਕੋਈ ਹੋਵੇ, ਅਸੀਂ ਦੱਸੀਏ ਵੀ ਅਸੀਂ ਫਲਾਨੇ ਬੰਦੇ ਦੇ, ਚੇਅਰਮੈਨ ਦੇ, ਪ੍ਰਬੰਧਕ ਦੇ, ਪ੍ਰਧਾਨ ਸਕੱਤਰ ਸਾਹਿਬ ਦੇ ਸਾਡੇ ਲੱਗਦੇ ਨੇ, ਰਿਸ਼ਤੇਦਾਰ ਨੇ। ਇਹ ਦੱਸਦੇ ਆ ਕੇ ਗੁਰਦੁਆਰੇ ਆ ਕਰਕੇ ਪਹਿਲਾਂ। ਤੇ ਜਿੱਦਣ ਬਾਬਾ ਅਮਰਦਾਸ ਜੀ ਆਏ ਨਾ ਤੇ ਉਹਨਾਂ ਨੇ ਆਖਿਆ ਸੀ, ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਕੋਈ ਕੁੜਮਾਚਾਰੀ ਦੇ ਨਾਤੇ ਨਹੀਂ ਆਇਆ। ਜਦੋਂ ਉਹਨਾਂ ਨੇ ਸਤਿਕਾਰ, ਜਦੋਂ ਚਰਨਾਂ ਤੇ ਮੱਥਾ ਟੇਕਿਆ ਨਾ ਬਜ਼ੁਰਗੀ ਦੇ ਵਿੱਚ, ਤੁਸੀਂ ਸੋਚ ਸਕਦੇ ਹੋ
ਬਜ਼ੁਰਗੀ ਦੇ ਵਿੱਚ ਇੰਨੀ ਨਿਮਰਤਾ, ਇੰਨੀ ਹਲੀਮੀ, ਇਦਾਂ ਦਾ ਚਾਅ, ਜਗਿਆਸਾ, ਪਾਤਰਤਾ ਹੋਣੀ ਚਾਹੀਦੀ ਹੈ ਸਿੱਖ ਦੇ ਅੰਦਰ। ਜਦੋਂ ਉਹ ਗੁਰਦੁਆਰੇ ਦੇ ਵਿੱਚ ਆਵੇ, ਗੁਰੂ ਦਰ ਦੇ ਉੱਪਰ ਆਵੇ, ਤੇ ਇਸ ਤਰ੍ਹਾਂ ਨਿਮਾਣਾ, ਨਿਤਾਣਾ, ਨਿਉਟਾ ਬਣ ਕੇ ਆਵੇ, ਮੇਰੀ ਕੋਈ ਓਟ ਨਹੀਂ ਹੋ, ਮੇਰਾ ਕੋਈ ਮਾਣ ਨਹੀਂ ਹੈ, ਮੇਰਾ ਕੋਈ ਆਸਰਾ ਨਹੀਂ ਸੱਚੇ ਪਾਤਸ਼ਾਹ। ਚਰਨਾਂ ਤੇ ਢਹਿ ਪਏ, ਮੋਢਿਆਂ ਤੋਂ ਪਕੜ ਕੇ ਗਲਵੱਕੜੀ 'ਚ ਲੈ ਕੇ ਆਖਿਆ, ਤੁਸੀਂ ਸਾਡੇ ਕੁੜਮ ਹੋ, ਇੱਥੇ ਸਾਡੇ ਨਾਲ ਬੈਠੋ। ਨਹੀਂ ਕਹਿਣ ਲੱਗੇ, ਪਾਤਸ਼ਾਹ ਆਪਣੇ ਚਰਨਾਂ 'ਚ ਬਿਠਾ ਦਿਓ, ਮੈਂ ਕੁੜਮਾਚਾਰੀ ਦੇ ਰਿਸ਼ਤੇਦਾਰੀ ਦੇ ਨਾਤੇ ਨਹੀਂ ਅੱਜ ਆਇਆ। ਇਹ ਸਿੱਖਣ ਵਾਲੀਆਂ ਗੱਲਾਂ ਨੇ। ਅਸੀਂ ਟ੍ਰੀਟਮੈਂਟ ਭਾਲਦੇ ਹਾਂ, ਟ੍ਰੀਟ ਭਾਲਦੇ ਹਾਂ, ਆ ਕਰਕੇ ਦੇਖਦੇ ਹਾਂ, ਜਾਂ ਕਿਸੇ ਸੇਵਾਦਾਰ ਦੇ ਨਾਲ ਕੋਈ ਗੰਢ ਲਈਏ, ਕਰ ਲਈਏ, ਉਹ ਸਾਨੂੰ ਵਿਸ਼ੇਸ਼ ਜਿਹੜੀ ਹੈ ਉਹ ਟ੍ਰੀਟ ਦੇਵੇ। ਨਹੀਂ, ਇਹ ਕੋਈ ਆਉਣ ਦਾ ਤਰੀਕਾ ਨਹੀਂ ਹੈ। ਆਹ ਤਰੀਕਾ ਹੈ ਜਿੱਦਾਂ ਬਾਬਾ ਅਮਰਦਾਸ ਜੀ ਆਏ। ਐਵੇਂ ਨਹੀਂ ਨਿਮਾਣਿਆਂ ਨੂੰ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ ਬਣ ਗਏ ਗੁਰੂ ਦਰ ਦੇ ਉੱਪਰ। ਆਪਣੇ ਅਸਥਾਨ ਤੇ ਸੱਚੇ ਪਾਤਸ਼ਾਹ ਨੇ ਬਿਰਾਜਮਾਨ ਕਰ ਦਿੱਤਾ। ਨਿਮਾਣੇ ਹੋ ਕੇ ਆਉਣਾ, ਮਾਣ ਬਜ਼ੁਰਗੀ ਦੇ ਵਿੱਚ ਜਾ ਕਰਕੇ ਸੇਵਾ ਕੀਤੀ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਇਹ ਸੱਚ ਹੈ। ਗੁਰੂ ਅਰਜਨ ਦੇਵ ਪਿਤਾ, ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਬਹੁਤ ਛੋਟੀ ਆਯੂ ਦੇ ਵਿੱਚ ਗੁਰੂ ਦਰਬਾਰ ਦੇ ਨਾਲ ਜੁੜ ਗਏ ਸਨ। ਜਵਾਨੀ ਦੇ ਵਿੱਚ ਬਖਸ਼ਿਸ਼ ਹੋ ਗਈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਨਮ ਤੋਂ ਹੀ ਬ੍ਰਹਮ ਨੂੰ ਪਛਾਣ ਆਏ। ਤੇ ਜਦੋਂ ਸੇਵਾ ਘਾਲਣਾ ਦੀ ਥਾਂ ਪੈਣ ਦਾ ਸਮਾਂ ਆਇਆ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਜਵਾਨੀ ਦੇ ਵਿੱਚ ਜਾ ਕਰਕੇ ਇਹ ਬਖਸ਼ਿਸ਼ ਪ੍ਰਾਪਤ ਹੋਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਛੋਟੀ ਆਯੂ ਦੇ ਵਿੱਚ ਹੀ ਪ੍ਰਾਪਤ ਹੋ ਗਈ। ਉਮਰ ਦਾ ਤਕਾਜ਼ਾ ਨਹੀਂ ਹੈ, ਬਖਸ਼ਿਸ਼ ਉਮਰਾਂ ਨਹੀਂ ਵੇਖਦੀ, ਬਖਸ਼ਿਸ਼ ਪਾਤਰਤਾ ਵੇਖਦੀ ਹੈ। ਉਹ ਵੇਖਦੀ ਹੈ ਇਹ ਭਾਂਡਾ ਤਿਆਰ ਹੋਇਆ ਹੈ ਕਿ ਨਹੀਂ ਹੋਇਆ। ਉਹ ਸਾਰੀ ਜ਼ਿੰਦਗੀ ਲੰਘ ਜਾਵੇ ਸਾਡੇ ਵਰਗਿਆਂ ਦੀ ਤੇ ਨਾ ਪ੍ਰਾਪਤ ਕਰ ਸਕੀਏ ਉਸ ਨੂੰ। ਵੈਸੇ ਗੁਰੂ ਦੀ ਮਿਹਰ ਦਾ, ਕਿਰਪਾ ਦਾ ਜਲ ਜਿਹੜਾ ਹੈ ਉਹ ਬਰਸਦਾ ਹੀ ਰਹਿੰਦਾ ਹੈ। ਇਹ ਪਾਤਰਤਾ ਭਾਂਡਿਆਂ ਦੀ ਗੱਲ ਹੈ। ਕਿੰਨਾ ਕੁ ਆਪਣੇ ਭਾਂਡੇ ਦੇ ਵਿੱਚ ਕੋਈ ਸਮੋ ਸਕਦਾ ਹੈ, ਉਸ ਨੂੰ ਲੈ ਸਕਦਾ ਹੈ, ਉਹਨਾਂ ਕੁ ਉਹਦਾ ਜੀਵਨ ਜਿਹੜਾ ਹੈ ਤਬਦੀਲ ਹੋ ਜਾਂਦਾ ਹੈ। ਕੁਝ ਭਾਂਡੇ ਜਿਹੜੇ ਨੇ ਉਹਨਾਂ ਦੇ ਮੂੰਹ ਸਿੱਧੇ ਹੁੰਦੇ ਨੇ, ਬਰਖਾ ਦੇ ਵੇਲੇ ਸਾਰਾ ਹੀ ਭਰ ਜਾਂਦੇ ਨੇ। ਕੁਝ ਭਾਂਡੇ ਟੇਢੇ ਪਏ ਹੁੰਦੇ ਨੇ, ਉਨੀਆਂ ਕੁ ਬੂੰਦਾਂ ਪੈਂਦੀਆਂ ਨੇ, ਅੱਧੇ ਕੁ ਭਰ ਜਾਂਦੇ ਨੇ। ਕੁਝ ਉਸ ਤੋਂ ਵੀ ਥੋੜੇ ਰਹਿ ਜਾਂਦੇ ਨੇ, ਕੁਝ ਉਸ ਤੋਂ ਵੀ ਥੋੜੇ ਰਹਿ ਜਾਂਦੇ ਨੇ। ਜਿਨ੍ਹਾਂ ਦੇ ਮੁਖ ਬਰਖਾ ਦੇ ਵੱਲ ਹੋਣ, ਬੱਦਲਾਂ ਦੇ ਵੱਲ ਨੂੰ ਹੋਣ, ਜਿਨ੍ਹਾਂ ਦੇ ਹਿਰਦੇ ਮਨ ਭਾਂਡੇ ਗੁਰੂ ਬੱਦਲ ਦੇ ਵੱਲ ਹੋਣ, ਉਹਨਾਂ ਦੇ ਭਾਂਡੇ ਪੂਰੀ ਤਰ੍ਹਾਂ ਨੱਕੋ ਨੱਕ ਭਰ ਜਾਂਦੇ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ, ਮਿਹਰ ਦੇ ਨਾਲ। ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬਹੁਤ ਛੋਟੀ ਆਯੂ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ। ਧੰਨ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਗੱਦੀ ਨਸ਼ੀਨ ਕਰ ਦਿੱਤਾ। ਔਰ ਐਸਾ ਨਹੀਂ ਹੈ ਕਿ ਕੇਵਲ ਪੁੱਤਰ ਦੇ ਨਾਤੇ ਨਹੀਂ, ਪਾਤਰਤਾ ਦੇਖ ਕਰਕੇ। ਇਹ ਵੱਡੀ ਅਜ਼ਰ ਤਾਕਤ ਨੂੰ ਜਰਨ ਵਾਲੇ ਹਨ। ਨਹੀਂ ਤੇ ਦੇਖ ਲਓ, ਜਦੋਂ ਮਿਰਜ਼ਾ ਰਾਜਾ ਜੈ ਸਿੰਘ ਦੀ ਬੇਨਤੀ ਦੇ ਉੱਪਰ ਦਿੱਲੀ ਦੇ ਅੰਦਰ ਆਏ, ਔਰੰਗਜ਼ੇਬ ਬੁਲਾਉਂਦਾ ਰਿਹਾ, ਨਹੀਂ ਆਏ। ਸੱਦੇ ਭੇਜਦਾ ਰਿਹਾ, ਨਹੀਂ ਆਏ। ਇੱਕ ਆਪਣੇ ਪਿਆਰੇ, ਆਪਣੇ ਸ਼ਰਧਾਲੂ ਤੇ ਦਿਲੀ ਭਾਵਨਾ ਵਾਲੇ ਦੇ ਪ੍ਰੇਮ ਵਸ ਹੋ ਕੇ ਦਿੱਲੀ ਦੇ ਅੰਦਰ ਆ ਗਏ। ਦਿੱਲੀ ਦੀਆਂ ਸੰਗਤਾਂ ਨੇ ਆਪਣੀਆਂ ਅੱਖਾਂ ਦੀਆਂ ਪਲਕਾਂ ਤੇ ਬਾਲਾ ਪ੍ਰੀਤਮ ਨੂੰ ਬਿਠਾ ਲਿਆ। ਆਹੀ ਸਥਾਨ ਹੈ, ਆਹ ਜਗ੍ਹਾ ਹੈ ਜਿਸ ਨੂੰ ਮਿਰਜ਼ਾ ਰਾਜਾ ਜੈ ਸਿੰਘ ਨੇ ਸੱਚੇ ਪਾਤਸ਼ਾਹ ਜੀ ਦੇ ਸਪੁਰਦ ਕਰ ਦਿੱਤਾ। ਇੱਥੇ ਬੈਠੇ ਸਨ। ਹੋਮ ਹਮਾ ਕਰਕੇ ਦਿੱਲੀ ਦੀਆਂ ਸੰਗਤਾਂ ਆਉਂਦੀਆਂ ਸਨ। ਇੱਥੇ ਵਬਾ ਫੈਲ ਗਈ, ਚੇਚਕ ਦੀ ਬਿਮਾਰੀ ਫੈਲ ਗਈ ਤੇ ਪੁਰਾਣਾ ਅਸਥਾਨ ਜਿਹੜਾ ਹੈ, ਦਿੱਲੀ ਜਿਹੜੀ ਹੈ, ਸ਼ਹਿਰ ਜਿਹੜਾ ਸੀ, ਚਾਂਦਨੀ ਚੌਂਕ ਤੇ ਆਲਾ ਦੁਆਲਾ, ਜਿੱਥੇ ਭਾਈ ਕਲਿਆਣੇ ਦੀ ਧਰਮਸ਼ਾਲ ਸੀ ਪੁਰਾਤਨ, ਹਜ਼ੂਰ ਸੱਚੇ ਪਾਤਸ਼ਾਹ 5 ਸਾਲ ਦੀ ਆਯੂ ਉਮਰ ਦਾ ਕੋਈ ਬਾਲਕ ਹੋ ਸਕਦਾ ਹੈ? ਨਜ਼ਰਾਂ ਦੁਨਿਆਵੀ ਤੇ ਇਹੋ ਹੀ ਕਹਿੰਦੀਆਂ ਸਨ।
ਜਦੋਂ ਮਹਾਰਾਜ ਦਿੱਲੀ ਵੱਲ ਨੂੰ ਚੱਲੇ ਸਨ ਤੇ ਉਸ ਵੇਲੇ ਪੰਜੋਖਰੇ ਦੇ ਕੋਲ ਆ ਕੇ ਲਾਲ ਚੰਦ ਨੇ ਆਖਿਆ ਸੀ, ਪੰਡਿਤ ਲਾਲ ਚੰਦ ਨੇ ਪੁੱਛਿਆ ਸੀ, ਜਦੋਂ ਸੱਚੇ ਪਾਤਸ਼ਾਹ ਆ ਰਹੇ ਸਨ, ਸੰਗਤਾਂ ਦਾ ਜਮਾਵੜਾ ਸੀ, ਨਾਲ ਚਹਿਲ ਪਹਿਲ ਸੀ, ਇਹ ਕੌਣ ਨੇ? ਦੇਖ ਕਰਕੇ ਸਿੱਖਾਂ ਨੇ ਕਿਹਾ, ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਿਸ ਨੇ, ਗੁਰੂ ਨਾਨਕ ਰੂਪ ਨੇ। ਨਾਮ ਕੀ ਹੈ? ਨਾਮ ਗੁਰੂ ਹਰਕ੍ਰਿਸ਼ਨ ਸਾਹਿਬ। ਜਲ ਬਲ ਗਿਆ। ਦੇਖ ਕੇ ਅਵਸਥਾ, ਸਰੀਰ ਦੀ ਅਵਸਥਾ ਦੇਖ ਕਰਕੇ ਪੰਡਤ ਨੂੰ ਇਉਂ ਜਾਪਿਆ, ਇਉਂ ਲੱਗਿਆ ਜਿਵੇਂ ਇਹ ਕਿਵੇਂ ਹੋ ਸਕਦਾ ਹੈ ਕਿ ਇੰਨੀ ਛੋਟੀ ਉਮਰ ਦਾ ਕੋਈ ਗੁਰੂ ਹੋਵੇ, ਅਧਿਆਤਮਿਕ ਤਾਕਤ ਦਾ ਮਾਲਕ ਹੋਵੇ। ਉਸਨੇ ਕਿਹਾ, ਨਾਮ ਤੇ ਰੱਖ ਲੈਣਾ ਮੈਂ ਵੀ ਰੱਖ ਸਕਦਾ ਹਾਂ, ਕੋਈ ਵੀ ਨਾਮ ਰੱਖ ਸਕਦਾ ਹਾਂ ਪ੍ਰਮਾਤਮਾ ਦਾ। ਹਰਕ੍ਰਿਸ਼ਨ ਪ੍ਰਮਾਤਮਾ ਦਾ ਨਾਮ ਰੱਖ ਲੈਣਾ ਸੌਖਾ ਹੈ। ਕ੍ਰਿਸ਼ਨ ਜੀ ਨੇ ਗੀਤਾ ਦੇ ਸ਼ਲੋਕ ਉਚਾਰੇ ਸਨ, ਇਹ ਮੈਂ ਤਾਂ ਸਮਝਾਂਗਾ ਕਿ ਇਹ ਵੱਡੀ ਅਜ਼ਮਤ ਤੇ ਤਾਕਤ ਦੇ ਮਾਲਕ ਨੇ ਜੇ ਇਹ ਸ਼ਲੋਕਾਂ ਦੇ ਅਰਥ ਹੀ ਕਰ ਦੇਣ। ਹਜ਼ੂਰ ਸੱਚੇ ਪਾਤਸ਼ਾਹ ਨੇ ਉਸ ਦੇ ਹੰਕਾਰ ਨੂੰ ਤੋੜਨ ਵਾਸਤੇ ਬਾਲਾ ਪ੍ਰੀਤਮ ਨੇ ਆਖਿਆ ਸੀ ਕਿ ਉਸ ਨੂੰ ਕਹੋ ਕਿ ਜਿਹਨੂੰ ਉਹ ਨਖਿੱਧ ਤੋਂ ਨਖਿੱਧ ਸਮਝਦਾ ਹੈ, ਅਨਪੜ੍ਹ ਸਮਝਦਾ ਹੈ, ਗਵਾਰ ਸਮਝਦਾ ਹੈ, ਉਹਨੂੰ ਲੈ ਕੇ ਆ ਜਾਵੇ ਜੇ ਗੁਰੂ ਨਾਨਕ ਦੇ ਘਰ ਦੀ ਪਰਖ ਹੀ ਕਰਨੀ ਹੈ। ਤੇ ਛੱਜੂ ਝੀਵਰ ਨੂੰ ਇਤਿਹਾਸ ਗਵਾਹ ਹੈ ਇਸ ਗੱਲ ਦਾ। ਲਾਲ ਚੰਦ ਛੱਜੂ ਝੀਵਰ ਨੂੰ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸਨਮੁਖ ਬਿਠਾ ਦਿੱਤਾ ਲਿਆ ਕਰਕੇ। ਬਾਲਾ ਪ੍ਰੀਤਮ ਦੀ ਦ੍ਰਿਸ਼ਟੀ ਐਸੀ ਸੀ, ਉਹਨਾਂ ਤੇ ਨਜ਼ਰੇ ਬਖਸ਼ਿਸ਼ ਐਸੀ ਸੀ ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ, ਜਿਹਦੇ ਉੱਪਰ ਦ੍ਰਿਸ਼ਟੀ ਪਾ ਦਿੰਦੇ ਸਨ। ਜਿਵੇਂ ਮਹਾਰਾਜ ਨੇ ਬਾਣੀ 'ਚ ਲਿਖਿਆ ਨਾ, ਨਾਨਕ ਨਦਰੀ ਨਦਰ ਨਿਹਾਲ, ਇਦਾਂ ਦਾ ਹੀ, ਇਦਾਂ ਦੀ ਬਖਸ਼ਿਸ਼ ਸੀ। ਬਸ ਨਜ਼ਰੇ ਰਹਿਮਤ ਦੇ ਨਾਲ ਕਿਰਪਾ ਦੀ ਐਸੀ ਦ੍ਰਿਸ਼ਟੀ ਪਾਈ। ਉਹ ਛੜੀ ਜਿਹੜੀ ਆਪਣੀ ਮਿਹਰ ਤੇ ਕਿਰਪਾ ਬਖਸ਼ਿਸ਼ ਗਿਆਨ ਵਾਲੀ ਛੱਜੂ ਝੀਵਰ ਦੇ ਸਿਰ ਦੇ ਉੱਪਰ ਰੱਖ ਦਿੱਤੀ ਤੇ ਉਹ ਇੱਕ ਪ੍ਰਸਿੱਧ ਵਕਤੇ ਦੀ ਤਰ੍ਹਾਂ ਸ਼ਲੋਕਾਂ ਦੇ ਅਰਥ ਕਰਕੇ ਸਾਰਿਆਂ ਨੂੰ ਸੁਣਾਉਣ ਲੱਗ ਪਿਆ। ਹਜ਼ੂਰ ਗੁਰੂ ਨਾਨਕ ਸਾਹਿਬ ਦੇ ਸਵਰੂਪ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਇਸ ਬਖਸ਼ਿਸ਼ ਰਹਿਮਤ ਨੂੰ ਦੇਖ ਕਰਕੇ ਲਾਲ ਚੰਦ ਪੰਡਤ ਨੇ ਆਪਣਾ ਜਨੇਊ ਲਾ ਕਰਕੇ, ਇਤਿਹਾਸ ਕਹਿੰਦਾ ਹੈ ਪੰਡਤ ਨੇ ਆਪਣਾ ਜਨੇਊ ਉਤਾਰ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਜਦੋਂ ਸਮਰਪਣ ਕਰੀਦਾ ਹੈ ਤੇ ਫਿਰ ਇਦਾਂ ਕਰੀਦਾ ਹੈ। ਜਦੋਂ ਗੁਰੂ ਨੂੰ ਅਪਣਾਈਦਾ ਹੈ ਤਾਂ ਫਿਰ ਇਦਾਂ ਅਪਣਾਈਦਾ ਹੈ, ਆਪਣਾ ਸਭ ਕੁਝ ਛੱਡ ਕੇ, ਤਿਆਗ ਕੇ, ਆਪਣੀ ਮਨ, ਆਪਣੀ ਮੱਤ, ਆਪਣਾ ਸਿਧਾਂਤ, ਆਪਣਾ ਸਭ ਕੁਝ ਛੱਡ ਕਰਕੇ ਗੁਰੂ ਨੂੰ ਅਪਣਾਈਦਾ ਹੈ। हे ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਮੇਰੀ ਭੁੱਲ ਬਖਸ਼ ਦਿਓ, ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਕੋਲੋਂ ਅਵੱਗਿਆ ਹੋ ਗਈ। ਐਸੀ ਕਿਰਪਾ ਦੇ ਮਾਲਕ ਹੋ ਜੋ ਗੂੰਗਿਆਂ ਦੇ ਕੋਲੋਂ ਵੀ ਤੁਸੀਂ ਅਰਥ ਕਰਵਾ ਸਕਦੇ ਹੋ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ नारायण नरपत नमस्कारे, नारायण नरपत नमस्कारे। ऐसे गुर को बल बल जाइए, आप मुकत मोहि तारे। ऐसे गुर को ਗਿਆਨ ਧਿਆਨ ਨਾਮ ਦੀ ਬਖਸ਼ਿਸ਼ ਕਰਦੇ ਹੋਏ ਗੁਰਮਤਿ ਦਾ ਗਿਆਨ ਉਪਦੇਸ਼ ਜੀਵ ਦੀ ਕਲਿਆਣਤਾ ਵਾਲਾ, ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋਣ ਵਾਲਾ ਵੰਡ ਦੇ ਦਿੰਦੇ ਹੋਏ ਜਦੋਂ ਦਿੱਲੀ ਦੇ ਵਿੱਚ ਪਹੁੰਚੇ ਤੇ ਇੱਥੇ ਮਿਰਜ਼ਾ ਰਾਜਾ ਜੈ ਸਿੰਘ ਦੀ ਜਿਹੜੀ ਰਾਣੀ ਸੀ ਉਹ ਗੋਲੀ ਬਣ ਕੇ ਆ ਗਈ। ਮਨ ਦੇ ਵਿੱਚ
तौखला सी, संसा सी भी इन्नी छोटी आयु का गुरु किवें कोई हो सकता है। ये जिहड़ी गल है ना, ये कोई एवें नहीं है, हर बंदा ये संसा कर सकता है कि 4-5 साल दे बालक नूं ते अपना खाना पीना भी नहीं वो आप खा सकता, ना अपने कपड़े आप पहन सकता है, केड़ा पहनना है कि नहीं पहनना, किसे गल दी। एक बचन लिखिया है भाई संतोख सिंह जी ने, बाल ज्ञान वृद्ध बैस में समर्थ श्री गुरुदेव, कहते ने गुरुदेव गुरु हरकृष्ण साहा महाराज सारियां दे विच समर्थ ने, बुजुर्गां वाला उन्हां कोल ज्ञान है, बालकां वर्गी प्योरिटी ते निरशलता जिहड़ी है वो उन्हां दे विच सुते सिद्ध है, ते उन्हां ने ज्ञान दिता है, उन्हां ने तारिया है अनेकां नूं। ये समझ कोई नहीं इस गल नूं समझ सकता, जान सकता, ये सुभाविक ही सी। कईयां दे मनां दे विच शंके सन। गोली ने परख करनी चाहिए, राणी ने गोली दा रूप धार के हजूर दे दरबार दे विच आ गई, जिथे तुसी बैठे हो, बैठ गई। महाराज आए, हथ दे विच छड़ी पकड़ी है ते अनेकां बीबियां दे सिर ते रखदे होए आ गोली राणी जिहड़ी बनी हुई सी ना, ओदी गोद दे विच ओदे सिर दे उपर रख दिता, हाथ छड़ी रख दिती। ते हजूर पता की कहंदे ने, दिलां दियां जाननहार, घट घट के अंतर की जानत, भले बुरे की पीर पछानत। कहण लगे ये जिहड़ा परमात्मा ने तुहानू मान तान बख्शिया है, राज भाग बख्शिया है राणी, ये पिछले ऐसे कर्मां दा फल है जो अज भागां दे विच प्राप्त होया है। लोकां नूं ते 2 वक्त दी रोटी तक नसीब नहीं हुंदी, राणी तैनू ते वाहिगुरू ने परमेश्वर ने राज दिता है, तू फिर भी गोलियां वाले कपड़े पा के गोलियां दे विच बैठी है। उसने चरण पकड़ लए, बख्श दिओ सच्चे पातशाह, मैनू मेरे ते कृपा करो, भुल हो गई। हजूर ने कृपा की, मेहर की, अपनी कृपा की छड़ी रखी सीस दे उपर, एक नहीं अनेकां नूं उतारिया। ते जदों इत्थे चेचक दी बीमारी चल पई, उदों हजूर इत्थे बैठ के भी संगतां नूं दर्शन दीदारे दे के अपनी मेहर नदर दे नाल निहाल करदे रहे, दुख दूर करदे रहे। ते गलियां मुहल्लियां दे विच लोकां दे घरां तक गुरु हरकृष्ण साहब पहुंच गए। इत्थे बैठ के भी जिथे जिथे गलियां मुहल्लियां विच लोग नेड़े नहीं सी कोई जांदा, महाराज ने लंगर ला दिते। जल की बड़ी जरूरत हुंदी है ऐसे समय दे उपर, जदों ताप इत्यादि दा इदां दी ये बीमारी है, चेचक दी बीमारी, बबा की तरह जिहड़ा हालात आ तुसी पैंडामिक जिहड़ी हुणे बीमारी गई है, हल्ले भी कई थावां दे उपर है, लोकां दे मनां दे विच बड़ा भै ते बड़ा डर बैठा होया है इस प्रति। ते उस समय दे विच तुसी देखिया कि किद्दां भै ते डर वाला माहौल हुंदा है। उस भै ते डर वाले माहौल दे विच 5-5.25 साल दे सतगुरु शरीर की आयु वाले वेखो, अज भी वो जोश, वो शक्ति जिहड़ी है ਸਿੰਘਾਂ दे अंदर वरतदी है। ये बाला प्रीतम की देन है, गुरु हरकृष्ण साहब महाराज जी की देन है। उस समय जिस समय सतगुरु हाजर नाजर सन, आप अपने हथी गलियां ते मुहल्लियां दे विच, दिल्ली दियां मुहल्लियां गलियां दे विच जाके रोगियां की सेवा करते रहे। एवें नहीं सन उन्हां दे दर्शन करके दुख दूर होंदे। ते ये बचन जेड़े पातशाह जी दे, श्री हर कृष्ण ते आइए, श्री हर कृष्ण ते आइए, जिस डिठे सब दुख जाए, जिस डिठे सब दुख जाए, श्री हर कृष्ण ते आइए,
ਸ਼ੇਰੀ ਹਰਿ ਕ੍ਰਿਸ਼ਨ। ਇਹ ਬੜੇ ਭਾਵਪੂਰਤ ਬਚਨ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਦੁੱਖ ਦੂਰ ਹੁੰਦੇ ਸਨ। ਅੱਜ ਵੀ ਕੋਈ ਆ ਜਾਵੇ ਭਾਵਨਾ ਦੇ ਨਾਲ, ਹਜ਼ੂਰ ਦੇ ਦਰਬਾਰ ਦੇ ਉੱਪਰ ਅਰਦਾਸ ਕਰੇ, ਬੇਨਤੀ ਕਰੇ, ਉਹਦੇ ਦੁੱਖ ਦੂਰ ਹੁੰਦੇ ਨੇ। ਉਹਦੀਆਂ ਮਾਨਸਿਕ ਪਰੇਸ਼ਾਨੀਆਂ, ਉਹਦੀਆਂ ਸਰੀਰਕ ਪਰੇਸ਼ਾਨੀਆਂ, ਕਿਉਂਕਿ ਗੁਰੂ ਐਸਾ ਔਖਦ ਦਿੰਦਾ ਹੈ। ਇਹੋ ਜਿਹਾ ਵੈਦ ਹੈ। ਮਹਾਰਾਜ ਬਾਣੀ ਚ ਕਹਿੰਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਜਿਹੜੀ ਸਰੀਰ ਤੇ ਮਾਨਸਿਕ ਬਿਮਾਰੀਆਂ ਨੂੰ ਤੇ ਬਹੁਤ ਜਿਹੜੀ ਹੈ ਉਹ ਦੂਰ ਦੀ ਗੱਲ ਹੈ, ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦਾ ਹੈ। ਇਹੋ ਜਿਹਾ ਵੈਦ ਹੈ। ਇਸ ਤਰ੍ਹਾਂ ਦਾ ਵੈਦ ਹੈ ਗੁਰੂ, ਜੋ ਜਮਾਂ ਦੀਆਂ ਫਾਈਆਂ ਕੱਟਣ ਦੀ ਸਮਰੱਥਾ ਰੱਖਣ ਵਾਲਾ ਹੈ। ਜਿੱਥੋਂ ਤੱਕ ਕਿਸੇ ਦੀ ਪਹੁੰਚ ਨਹੀਂ ਨਾ ਹੁੰਦੀ, ਵੈਦੋ ਨਾ ਵਾਈ ਭੈਣੋ ਨਾ ਭਾਈ, ਉੱਥੇ ਤੱਕ ਪਾਤਸ਼ਾਹ ਜੀ ਦੀ ਪਹੁੰਚ ਹੈ। ਉੱਥੇ ਜਾ ਕੇ ਦੁੱਖ ਤਕਲੀਫਾਂ ਜਿਹੜੀਆਂ ਨੇ ਉਹ ਦੂਰ ਕਰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਐਸਾ ਦਰ ਹੈ, ਐਸਾ ਦਰਬਾਰ ਹੈ। ਅੱਜ ਵੀ ਲੱਖਾਂ ਹੀ ਲੋਕ ਜਿਹੜੇ ਨੇ ਵਿਦੇਸ਼ਾਂ ਵਿੱਚ, ਦੇਸ਼ ਦੇ ਵਿੱਚ ਅਨੇਕਾਂ ਥਾਵਾਂ ਤੋਂ ਚੱਲ ਚੱਲ ਕੇ ਦਰਸ਼ਨ ਕਰਨ ਕਿਉਂ ਆਉਂਦੇ ਨੇ? ਇਹ ਇੱਕ ਪਾਤਸ਼ਾਹ ਨੇ ਇਹੋ ਜੀ ਇਸ ਅਸਥਾਨ ਦੀ ਸਪਿਰਟ ਹੈ, ਜਿਹੜੀ ਸੇਵਾ ਸਿਮਰਨ ਤੇ ਦੂਸਰਿਆਂ ਦੀ ਮਦਦ ਕਰਨ ਦੀ ਜਿਹੜੀ ਭਾਵਨਾ ਹੈ ਉਹ ਜਨ ਜਨ ਦੇ ਅੰਦਰ ਭਰਨ ਵਾਲੀ ਹੈ। ਇੰਨੀ ਆਯੂ ਦੇ ਵਿੱਚ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ। ਇਸ ਥਾਂ ਦੇ ਉੱਪਰ ਸਮੇਂ ਦਾ ਬਾਦਸ਼ਾਹ ਬੰਸਾਵਲੀ ਨਾਮੇ ਵਾਲੇ ਨੇ ਲਿਖਿਆ, ਜੁਰਤ ਵੇਖਣੀ ਹੋਵੇ, ਵਡੱਪੜ ਵੇਖਣਾ ਹੋਵੇ ਤੇ ਫਿਰ ਇਦਾਂ ਵੇਖਿਆ ਜਾ ਸਕਦਾ ਹੈ। ਵੱਡੀ ਉਮਰ ਵਾਲੇ ਰਾਮ ਰਾਏ ਔਰੰਗਜ਼ੇਬ ਦੇ ਨਾਲ ਜਿਹੜੇ ਸਨ, ਮਿਲ ਕਰਕੇ ਉਹਦੀ ਖੁਸ਼ਾਮਦੀ ਕਰਨ ਲੱਗ ਪਏ। ਬਾਦਸ਼ਾਹ ਦੇ ਅਤਾਬ ਨੂੰ ਜਿਹੜਾ ਸੀ ਝੱਲ ਨਾ ਸਕੇ। ਪਰ ਇੱਥੇ 5, ਸਵਾ 5, 5.5 ਸਾਲ ਦੀ ਆਯੂ ਵਾਲੇ, ਉਮਰ ਦੇ ਵਿੱਚ ਛੋਟੇ ਨੇ, ਸਰੀਰ ਦੀ ਅਵਸਥਾ ਛੋਟੀ ਹੈ, ਆਤਮਾ ਦੀ ਅਵਸਥਾ ਜਿਹੜੀ ਹੈ ਬੜੀ ਉੱਚੀ ਹੈ। ਔਰੰਗਜ਼ੇਬ ਇਸ ਦਰਵਾਜ਼ੇ ਦੇ ਉੱਪਰ ਇਤਿਹਾਸ ਕਹਿੰਦਾ 1.5 ਘੜੀ ਔਰੰਗਾ ਉਡੀਕਦਾ ਰਿਹਾ, ਮੈਨੂੰ ਦਰਸ਼ਨ ਦੇਣ, ਮਿਲਣਾ ਚਾਹੁੰਦਾ ਹਾਂ। ਮਹਾਰਾਜ ਜੁਰਤ ਦੇ ਮਾਲਕ ਕਹਿੰਦੇ ਨਹੀਂ, ਅਸੀਂ ਨਹੀਂ ਮਿਲਣਾ। ਉਸ ਬਾਦਸ਼ਾਹ ਜਿਹੜਾ ਆਪਣੇ ਭਰਾਵਾਂ ਦਾ, ਆਪਣੇ ਪਿਓ ਦਾ ਕਾਤਲ ਹੈ, ਸੂਫੀਆਂ ਸੰਤਾਂ ਸੈਯਦਾਂ ਦਾ ਕਾਤਲ ਹੈ, ਉਸ ਕਾਤਲ ਦੇ ਨਾਲ, ਉਸ ਜ਼ਾਲਮ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਉਹਨੂੰ ਕਹੋ, ਜੇ ਉਹ ਗੁਰੂ ਦੇ ਦਰਸ਼ਨਾਂ ਦੀ ਖੁਆਹਿਸ਼ ਲੈ ਕੇ ਆਇਆ ਹੈ ਤੇ ਸਾਡਾ ਸਰੀਰ ਨਹੀਂ ਹੈ, ਗੁਰੂ ਸ਼ਬਦ ਹੈ। ਇੱਕ ਗੱਲ ਜਿਹੜੀ ਇਤਿਹਾਸ ਨੇ ਸ਼ਬਦ ਗੁਰੂ ਦੇ ਬਾਰੇ ਦੇ ਵਿੱਚ ਬਾਲਾ ਪ੍ਰੀਤਮ, ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਨਾ, ਉਸ ਤੋਂ ਪਹਿਲਾਂ ਵੀ ਉਹਨਾਂ ਨੇ ਇਹੀ ਵਚਨ ਕਹੇ ਸਨ, ਸ਼ਬਦ ਦੇ ਨਾਲ ਜੁੜਨਾ, ਬਾਣੀ ਪੜ੍ਹਨੀ, ਨਿਤਾ ਪ੍ਰਤੀ ਬਾਣੀ ਦਾ ਪਾਠ ਕਰਨਾ। ਮੇਰੀ ਨੇੜਤਾ ਜਿਹੜੀ ਹੈ ਸ਼ੁਰੂ ਤੋਂ ਹੀ, ਪਹਿਲੇ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ, ਇਹ ਜਿਹੜਾ ਉਦੇਸ਼ ਜਿਹੜਾ ਸੀ ਸਰਵ ਉੱਚ ਉਦੇਸ਼ ਰਿਹਾ ਹੈ, ਸ਼ਬਦ ਦੇ ਨਾਲ ਬਾਣੀ ਦਾ ਨਾਲ ਜੋੜਨ ਦਾ। ਤੇ ਮਹਾਰਾਜ ਨੇ ਕਿਹਾ ਕਿ ਉਸ ਨੂੰ ਕਹੋ, ਜੇ ਉਹ ਦਰਸ਼ਨ ਕਰਨ ਦੀ ਇੱਛਾ ਲੈ ਕੇ ਆਇਆ ਹੈ ਤੇ ਗੁਰੂ ਦੇ ਸ਼ਬਦ ਹੀ ਗੁਰੂ ਦੇ ਦਰਸ਼ਨ ਨੇ। ਸ਼ਬਦ ਲਿਖ ਕੇ ਦੇ ਦਿੰਦੇ ਹਾਂ, ਸ਼ਬਦ ਪੜ੍ਹ ਲਵੇ, ਵਿਚਾਰ ਲਵੇ, ਅਮਲ ਕਰ ਲਵੇ, ਗੁਰੂ ਦੇ ਦਰਸ਼ਨਾਂ ਦਾ ਉਹਨੂੰ ਫਲ ਮਿਲ ਜਾਵੇਗਾ। ਗੁਰੂ ਦੇ ਦਰਸ਼ਨਾਂ ਦਾ ਕੋਈ ਫਲ ਚਾਹੁੰਦਾ ਹੈ ਨਾ, ਸ਼ਬਦ ਨੂੰ ਸੁਣੇ, ਸ਼ਬਦ ਨੂੰ ਪੜ੍ਹੇ, ਗੁਰਬਾਣੀ ਦਾ ਸਹਿਜ ਪਾਠ ਕਰੇ, ਨਿਤਨੇਮ ਕਰੇ ਤੇ ਉਹਦੇ ਉੱਪਰ ਅਮਲ ਕਰੇ, ਇਹ ਗੁਰੂ ਦਾ ਦਰਸ਼ਨ ਹੈ। ਇਹ ਸਫਲ ਦਰਸ਼ਨ ਅਕਾਲ ਮੂਰਤ ਹੈ। ਤੋ ਪਾਤਸ਼ਾਹ ਐਸੀ ਜੁਰਤ ਵਾਲੇ, ਇੰਨੇ ਜਜ਼ਬੇ ਵਾਲੇ, ਇੰਨੀ ਉਮਰ ਦੇ ਵਿੱਚ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ? ਪਰ ਉਹ ਬਖਸ਼ਿਸ਼ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਉਹ ਵਰਤਦੀ ਹੈ, ਜਿੱਥੇ ਉਹ ਫਿਰ ਉਮਰਾਂ ਨਹੀਂ ਵੇਖਦੀ। ਉਹ ਵੱਡੀਆਂ ਵੱਡੀਆਂ ਉਮਰਾਂ ਵਾਲੇ ਵੀ ਜਿਹੜੇ ਨੇ ਹੱਕੇ ਬੱਕੇ ਰਹਿ ਜਾਂਦੇ ਨੇ, ਛੋਟੀਆਂ ਛੋਟੀਆਂ ਆਯੂਆਂ ਵਾਲੇ ਵੀ ਉੱਚੇ ਰੁਤਬੇ। 5 ਬਰਖ ਕੋ ਅਨਾਥ ਧਰੂ ਬਾਲਕ, ਹਰ ਸਿਮਰਤ ਅਮਰ ਅਟਾਰੇ। 5 ਸਾਲ ਦੇ ਸਨ ਧਰੂ ਜੀ, ਸਿਮਰ ਕਰਕੇ ਉੱਚੀ ਅਮਰ ਪਦਵੀ ਪ੍ਰਾਪਤ ਕਰਨ ਲਈ ਅੱਜ ਵੀ ਲੋਕ ਕਹਿੰਦੇ ਨੇ ਕਿ ਧਰੂ ਤਾਰਾ ਇੱਕੋ ਹੀ ਥਾਂ ਤੇ ਟਿਕਿਆ ਰਹਿੰਦਾ ਹੈ। ਤਾਂ ਹੀ ਤੇ ਇਹ ਸ਼ਬਦ ਕਹੇ ਨੇ ਕਿ ਮੈਨੂੰ ਵੀ ਉੱਥੇ ਟਿਕਾ ਦਿਓ। ਭਗਤ ਨਾਮਦੇਵ ਜੀ ਨੇ
कि जिथे नारद ते ध्रुव वर्गे टिकाए ने, मैनू भी अडोल कर दिओ, टिका दिओ। जहां जहां ध्रुव नारद टेके, नैक टिकावो मोहे। नैक का मतलब जरा जिन्ना, मैनू भी वो टिका दे दिओ। गल ते टिका दी है, वो टिका वाले सन धन गुरु हरकृष्ण साहब महाराज बाला प्रीतम। तो महाराज सारी दिल्ली दे दुख अपने शरीर ते लै करके कहते ने, महापुरखों की ये वडियाई है, वड्डियां दा ये वडप्पन है। वो दूजियां दे दुख अपने तन ते लै लैंदे ने, अपने शरीर ते लै लैंदे ने। इस दिल्ली दा संसार दे सारे दुख बाला प्रीतम अपने शरीर ते लै करके जदों वो खुशियां वंडदे ने ते शहर दे विच बैठ के वंडदे ने, इत्थे बंगला साहब दे स्थान ते बैठ के वंडियां ते दुख लै करके शहर तो किनारा करके जमुना दे कंढे पहुंच गए। उत्थे जा करके अपना शरीर त्यागना कीता। अकाल चलाने वेले सिखां कीती अरदास, सच्चे पातशाह संगत छोड़ी किस पास, ज्ञानी जी दस रहे सन। उस वेले जदों महाराज जी ने दस दिता ना कि असी हुण शरीर त्यागण वाले हाँ, समा आ गया है, अकाल पुरख का हुक्म आ गया है, ये शरीर नश्वर है, इसने बिनसना है। उपदेश दिता, सच दे नाल, शब्द दे नाल, बाणी दे नाल जोड़िया, निरंकार की सिफत करते रहना, शब्द नाल जुड़े रहना। संगत ने आखिया, दरगाह मल वर्गियां गुरमुखां ने, गुरबख्श सिंह वर्गियां ने अजे 9 दिन पहला गुरु तेग बहादुर महाराज मिल के गए सन। इतिहास दसदा है उन्होंने ज्योति जोत समाउण तो पहला, ते उस अस्थान के उपर ज्योति जोत समाउण तो पहला महाराज जी ने, माता जी नाल सन, माता कृष्ण कौर जी, अखीरले ज्योति जोत समाउण दे समय उन्हां दा अपना सीस माता जी की गोद दे विच रखिया होया सी। ते उन्हां ने बचन कीते, कहण लगे, बाबा बसे ग्राम बकाले, मिल सिख संगत तहां संभाले। बाबा बकाले ग्राम विखे है, नारियल 5 पैसे गुरता गद्दी दियां वस्तुआं मंगाइयां और वो वस्तुआं इत्थों ही उन्हां दे चरनां दे विच भेटा कीतियां, हथ जोड़े, नमस्कार की। अखीर वेले एक बचन आखिया उन्होंने, मुट्ठी बंद की, इशारा किया, शरीर ते ताप बहुत सी, मुट्ठी बंद करके इशारा किया संगत नूं कि एक मुठ रहना। अज गुरु हरकृष्ण साहब जी के ज्योति जोत के उपर असीं जुड़े हाँ। मैं पंथ नूं, संगत नूं, गुरसिखां नूं बेनती करांगा, गुरु हरकृष्ण साहब सच्चे पातशाह कहंदे ने, भाई एक मुठ होवोगे, अपनी शक्ति नूं खिंडाओगे ते खिंडे रहोगे, अपनी ताकत नूं, कौमी ताकत नूं, शक्ति नूं इकत्तर करोगे, मिल के रहोगे ते सब कुछ प्राप्त कर लोगे। इस वास्ते अज जरूरत है वो एक मुट्ठी जिहड़ी गुरु हरकृष्ण साहब जी ने ज्योति जोत समाउण तो पहला बंद की। इहदा मतलब सी कि सारी संगत एक हो जाओ, एक मुठ हो जाओ। ते गुरु तेग बहादुर महाराज जी दे लड़ ला के अज सच्चे पातशाह जी ने ज्योति जोत समाउणा कीता। गुरु तेग बहादुर महाराज जी का पावन श्लोक जो आप जी ने सरवण किया है, महाराज कहते ने, इस जगत नूं सुपने की तरह समझ, ज्यों सुपना और पेखना ऐसे जग को जान। सुपना ते पेखना, पेखना कहते ने बाजीगर की खेड नूं, जिस तरह बाजीगर की खेड है, जिस तरह रात नूं लिया होया सुपना है, जगत नूं दिन का देखिया होया, खुलियां अखां नाल देखिया होया सुपना समझ। रात के सुपने विच भी कुछ सच नहीं हुंदा, ते जो कुछ दिन धन दौलत पदार्थ वेखदा है, जिन्हां विच मन रमिया रहिंदा, लगिया रहिंदा है, मन माया में रम रहे हो, इनू भी सुपने की तरह ही समझ। इनमें कछ साचो नहीं नानक बिन भगवान, एक भगवान तो बिना इन्हां दे विच कुछ भी सच्चा नहीं है। ना दिन दे सुपना संसार जिहड़ा देखते हाँ उहदे वो सच है, ते ना रात नूं बंद अखां दे नाल देखते हाँ वो सच है। ते पातशाह कहते ने सच भगवान है, उहदे नाल जोड़। निस दिन माया कारणे प्राणी डोलत नीत, लेकिन दिन रात प्राणी माया दे पिछे डोलदा है। पातशाह कहते ने डोलदा जीवन हर वेले है बंदे दा, करोड़ों दे विचों कोई एक है। कोटन मैं नानक को नारायण जिह चीत, करोड़ों दे विचों कोई एक है
ਜਿਹਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਨ ਹੈ, ਚਿੱਤ ਹੈ, ਜਿਹਦਾ ਧਨ ਨਾਲ, ਮਾਇਆ ਨਾਲ, ਪਦਾਰਥਾਂ ਦੇ ਨਾਲ, ਜਗਤ ਸੁਪਨੇ ਦੇ ਨਾਲ, ਇਸ ਪਿੱਖ ਨੇ ਬਾਜੀਗਰ ਦੇ ਤਮਾਸ਼ੇ ਦੇ ਨਾਲ ਜਿਹਦਾ ਮੋਹ ਨਹੀਂ ਹੈ, ਨੇਹ ਨਹੀਂ ਹੈ, ਜਿਹਦਾ ਨੇਹ ਹੈ, ਜਿਹਦਾ ਪਿਆਰ ਹੈ ਇੱਕ ਭਗਵਾਨ ਦੇ ਨਾਲ, ਇੱਕ ਪ੍ਰਮਾਤਮਾ ਦੇ ਨਾਮ ਦੇ ਨਾਲ, ਉਹ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ। ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਚੇਤ। ਪਾਤਸ਼ਾਹ ਕਿਰਪਾ ਕਰਨ ਸਾਡੀ ਗਿਣਤੀ ਵੀ ਉਹਨਾਂ ਦੇ ਵਿੱਚ ਹੋਵੇ ਜਿਨ੍ਹਾਂ ਕਰੋੜਾਂ ਦੇ ਵਿੱਚੋਂ ਇੱਕ ਦੀ ਗੱਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਤੋ ਮਹਾਰਾਜ ਕਿਰਪਾ ਕਰਨ। ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਆਪਣੀ ਬਖਸ਼ਿਸ਼ ਮਿਹਰ ਭਰਿਆ ਹੱਥ ਰੱਖਣ। ਸ਼ਬਦ ਬਾਣੀ ਦੇ ਨਾਲ ਜੁੜ ਕੇ ਗੁਰੂ ਦੇ ਫਲਸਫੇ ਨੂੰ ਸਮਝੀਏ, ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ ਔਰ ਸਾਡਾ ਸਾਰਿਆਂ ਦਾ ਜੀਵਨ ਸਫਲ ਹੋਏ। ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਣ ਦਾ ਪੁਰਬ ਹੈ। ਮਹਾਰਾਜ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸੰਗਤਾਂ, ਦਿੱਲੀ ਦੀਆਂ ਸੰਗਤਾਂ, ਸਭ ਸੰਗਤਾਂ ਤੇ ਆਪਣੀ ਕਿਰਪਾ ਮਿਹਰ ਦੀ ਛੜੀ, ਆਪਣੀ ਬਖਸ਼ਿਸ਼ ਭਰੀ ਨਿਗਾਹ ਰੱਖਣ। ਸਾਰਿਆਂ ਦਾ ਜੀਵਨ ਸਫਲਾ ਹੋਵੇ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ। ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਮਾਂ ਦੇ ਕੇ ਨਿਵਾਜਿਆ। ਭੁੱਲਾਂ ਦੀ ਖਿਮਾ, ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।